उधर ब्रैम्पटन सेंटर तो लिबरल उम्मीदवार शफाकत अली ਅਤੇ ब्रैम्पटन नॉर्थ तो लिबरल उम्मीदवार रूबी सहोता मीडिया ਦੇ रूबरू ਹੋਏ ਤੇ ਉਹਨਾਂ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਜਾਣਨਾ ਪਾਇਆ। ਉਹਨੇ ਕਿਹਾ ਕਿ ਸਿਰਫ ਲਿਬਰਲ ਪਾਰਟੀ ਹੀ ਹੈ ਜੋ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੀ ਹੈ। ਕੋਰੋਨਾ ਕਾਲ ਦੌਰਾਨ ਸਰਕਾਰ ਨੇ ਸਾਰੇ ਵਰਗ ਦੇ ਲੋਕਾਂ ਲਈ ਕੰਮ ਕੀਤਾ ਜਿਸ ਦੀ ਪੂਰੀ ਦੁਨੀਆ ਵਿੱਚ ਤਾਰੀਫ ਕੀਤੀ ਗਈ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸ਼ਫਕਤ ਅਲੀ ਹੈ। ਮੈਂ ਬਰੈਂਪਟਨ ਸੈਂਟਰ ਤੋਂ ਲਿਬਰਲ ਪਾਰਟੀ ਦਾ ਉਮੀਦਵਾਰ ਹਾਂ ਤੇ ਸਭ ਨੂੰ ਦੇਖਣ ਵਾਲਿਆਂ ਨੂੰ ਮੇਰਾ ਧੰਨਵਾਦ। ਮੈਂ ਲਿਬਰਲ ਪਾਰਟੀ ਦੇ ਪਿਛਲੇ 20 ਸਾਲਾਂ ਤੋਂ ਇਨਵੋਲਵ ਹਾਂ। ਮੈਂ ਐਜ਼ ਏ ਵੋਲੰਟੀਅਰ ਇਨਵੋਲਵ ਹੋਇਆ ਸਾਂ ਲਿਬਰਲ ਪਾਰਟੀ ਦੇ ਵਿੱਚ ਤੇ ਤਕਰੀਬਨ 20 ਸਾਲਾਂ ਬਾਅਦ ਆਈ ਬਿਕੇਮ ਅ ਕੈਂਡੀਡੇਟ। ਆਈ ਬੀਨ ਇਨ ਦ ਪਾਰਟੀ ਥਰੂ ਆਊਟ ਦਿਸ ਜਰਨੀ। ਤੇ ਲਿਬਰਲ ਪਾਰਟੀ ਦੇ ਵਿੱਚ ਕਿਉਂ ਮੈਂ ਇਨਵੋਲਵ ਹਾਂ ਕਿ ਇਹ ਪਾਰਟੀ ਹੈ ਜਿਹਨੇ always systematic discrimination ਦੇ ਅਗੇਂਸਟ ਸਟੈਂਡ ਲਿਆ। ਇਹ ਉਹ ਪਾਰਟੀ ਹੈ ਜਿਹੜੀ ਮਿਨੋਰਟੀਆਂ ਦੇ ਨਾਲ always ਖੜੇ ਹੋਏ। ਇਹ ਉਹ ਪਾਰਟੀ ਹੈ ਜਿਹਨੇ ਇਸਲਾਮੋਫੋਬੀਆ ਜ਼ੀਨੋਫੋਬੀਆ ਉਹਦੇ ਅਗੇਂਸਟ ਇਹਨਾਂ ਨੇ ਸਟੈਂਡ ਕੀਤਾ। ਇਹ ਉਹ ਪਾਰਟੀ ਹੈ ਜਿਹਨੇ ਆਮ ਕੈਨੇਡੀਅਨ ਦੇ ਵਾਸਤੇ ਆਵਾਜ਼ ਚੁੱਕੀ। ਇਹ ਉਹ ਪਾਰਟੀ ਹੈ ਜਿਹਨੇ ਸਾਨੂੰ ਸ਼ਨਾਖਤ ਦਿੱਤੀ ਹੈ। ਮੈਂ ਸ਼ਫਕਤ ਅਲੀ ਕਿਉਂ ਬਣਿਆ? ਬਿਕਾਜ਼ I participated in a liberal party। ਇਹਦੇ 'ਚ ਮੈਂ ਵੋਲੰਟੀਅਰ ਕੀਤਾ। ਇਹਨੇ ਸੈਲਫ ਰਿਸਪੈਕਟ ਦਿੱਤੀ ਹੈ, ਇਹਨੇ ਇਕੁਆਲਿਟੀ ਦਿੱਤੀ ਹੈ ਔਰ ਇਹਨੇ ਓਪਰਚੁਨਿਟੀ ਦਿੱਤੀ ਹੈ ਇੱਕ ਆਮ ਆਦਮੀ ਨੂੰ ਕਿ ਮੈਂ ਵੀ ਇਸ ਲੈਵਲ 'ਤੇ ਆ ਸਕਦਾ ਕਿ ਮੈਂ ਇਲੈਕਸ਼ਨ ਰਨ ਕਰ ਸਕਦਾ। ਇਹ ਉਹ ਪਾਰਟੀ ਹੈ ਜਿਹਨੇ ਦਰਵਾਜ਼ੇ ਖੋਲ੍ਹੇ ਇਮੀਗ੍ਰੈਂਟਸ ਵਾਸਤੇ। ਇਹ ਉਹ ਪਾਰਟੀ ਹੈ ਜਿਹਨੇ ਚਾਰਟਰ ਆਫ ਰਾਈਟ ਦਿੱਤਾ ਸਾਨੂੰ ਕੈਨੇਡੀਅਨ ਨੂੰ। ਇਹ ਉਹ ਪਾਰਟੀ ਹੈ ਜਿਹਨੇ ਸਿਟੀਜ਼ਨਸ਼ਿਪ ਦੀ ਕਲਾਸੀਫਿਕੇਸ਼ਨ ਖਤਮ ਕੀਤੀ ਕਿ ਦੇਰ ਇਜ਼ ਨੋ ਸੈਕੰਡ ਕਲਾਸ ਸਿਟੀਜ਼ਨ। ਕੈਨੇਡੀਅਨ ਇਜ਼ ਅ ਕੈਨੇਡੀਅਨ। ਜਿੱਦਾਂ ਆਪਣੇ ਜਸਟਨ ਟਰੂਡੋ ਹੋਰਾਂ ਨੇ ਆ ਕੇ ਹਾਰਪਰ ਦਾ ਜਿਹੜਾ ਪ੍ਰਪੋਜ਼ ਹੈ ਸੀ ਕਾਨੂੰਨ ਕਿ ਸਿਟੀਜ਼ਨਸ਼ਿਪ ਦੀਆਂ ਕਲਾਸੀਫਿਕੇਸ਼ਨਾਂ ਸਨ ਉਹਨੂੰ ਇਹ ਖਤਮ ਕੀਤਾ। ਅਤੇ ਇਹ ਉਹ ਪਾਰਟੀ ਹੈ ਜਿਹਨੇ ਕੋਵਿਡ-19 ਦੇ ਵਿੱਚ ਮਿਡਲ ਕਲਾਸ ਔਰ ਕੈਨੇਡੀਅਨ ਦੇ ਨਾਲ ਖੜੇ ਹੋਏ। ਉਹ ਭਾਵੇਂ ਸਾਡੇ ਬਿਜ਼ਨਸਿਸ ਸਨ, ਸਮਾਲ ਬਿਜ਼ਨਸਿਸ, ਭਾਵੇਂ ਸਾਡੇ ਆਮ ਆਦਮੀ ਸੀ ਜਿਹੜੇ ਅਫੈਕਟਡ ਸਨ ਉਹਦੇ ਨਾਲ ਕੋਵਿਡ-19 ਨਾਲ। ਇਹ ਉਹ ਪਾਰਟੀ ਹੈ ਜਿਹਨੇ ਕੋਵਿਡ-19 ਨੂੰ ਮੈਨੇਜ ਕੀਤਾ ਇੱਥੇ ਕੈਨੇਡੀਅਨ ਦੀ ਸੇਫਟੀ ਵਾਸਤੇ ਅਤੇ ਉਹਦੀ ਵਜ੍ਹਾ ਨਾਲ ਇਸ ਵੇਲੇ ਹਾਈਐਸਟ ਵੈਕਸੀਨੇਸ਼ਨ ਰੇਟ ਹੈ ਅਮੰਗਸਟ ਆਲ ਵੈਲਥੀ ਨੇਸ਼ਨ ਇਨ ਦ ਵਰਲਡ ਤੇ ਲੋਐਸਟ ਡੈਥ ਰੇਟ ਸੀ ਡਿਊ ਟੂ ਕੋਵਿਡ-19 ਕੈਨੇਡਾ ਦੇ ਵਿੱਚ ਅਮੰਗਸਟ ਆਲ ਨੇਸ਼ਨਸ। ਇਹ ਉਹ ਪਾਰਟੀ ਹੈ ਜਿਹੜੇ ਸੀਨੀਅਰਸ ਵਾਸਤੇ ਵੀ ਖੜੀ ਹੁੰਦੀ ਹੈ। ਇਹ ਉਹ ਪਾਰਟੀ ਹੈ ਜਿਹੜੇ ਯੂਥ ਵਾਸਤੇ ਵੀ ਖੜੀ ਹੁੰਦੀ ਹੈ। ਇਹ ਉਹ ਪਾਰਟੀ ਹੈ ਜਿਹੜੇ ਕਲਾਈਮੇਟ ਚੇਂਜ ਨੂੰ ਰਿਕਗਨਾਈਜ਼ ਕਰਦੀ ਹੈ ਔਰ ਉਹਦੇ ਵਾਸਤੇ ਖੜੀ ਹੁੰਦੀ ਹੈ। ਵੇਅਰ ਐਜ਼ ਦੂਜੀ ਪਾਰਟੀਆਂ ਉਹ ਸਿਸਟਮੈਟਿਕ ਡਿਸਕ੍ਰਿਮੀਨੇਸ਼ਨ ਨੂੰ ਰਿਕਗਨਾਈਜ਼ ਹੀ ਬੜੀ ਮੁਸ਼ਕਿਲ ਨਾਲ ਕਰਦੀਆਂ। ਉਹਨਾਂ ਦੇ ਅਗਰ ਤੁਸੀਂ ਪਲੇਟਫਾਰਮ ਦੇਖੋ ਤਾਂ ਯੂ ਵਿਲ ਹਾਰਡਲੀ ਫਾਈਂਡ ਇਨ ਕੰਜ਼ਰਵੇਟਿਵ ਦੇ ਉਹਦੇ ਪਲੇਟਫਾਰਮ ਦੇ ਵਿੱਚ ਇਹ ਵਰਡ ਵੈਦਰ ਇਸਲਾਮੋਫੋਬੀਆ ਔਰ ਡਿਸਕ੍ਰਿਮੀਨੇਸ਼ਨ। ਅਤੇ ਇਹ ਪਾਰਟੀ ਹੈ ਜਿਹੜੀ ਹੈਲਥ ਕੇਅਰ ਸਿਸਟਮ ਨੂੰ ਇੱਕੋ ਹੀ ਹੈਲਥ ਕੇਅਰ ਸਿਸਟਮ ਰੱਖਣਾ ਚਾਹੁੰਦੀ ਹੈ ਹਰ ਕੈਨੇਡੀਅਨ ਵਾਸਤੇ, ਜਦਕਿ ਕੰਜ਼ਰਵੇਟਿਵ ਪਾਰਟੀ ਉਹਨੂੰ 2 ਟੀਅਰ ਸਿਸਟਮ ਬਣਾਉਣਾ ਚਾਹੁੰਦੀ ਹੈ। ਹੈਲਥ ਕੇਅਰ ਨੂੰ ਪ੍ਰਾਈਵੇਟਾਈਜ਼ ਕਰਨਾ ਚਾਹੁੰਦੀ ਹੈ। ਅਤੇ ਲਿਬਰਲ ਪਾਰਟੀ ਜਸਟਨ ਟਰੂਡੋ ਹੋਰਾਂ ਦੀ ਸਰਕਾਰ ਉਹ ਆਲਵੇਜ਼ ਆਮ ਬੰਦੇ ਦੀ ਗੱਲ ਕਰਦੇ ਨੇ, ਮਿਡਲ ਕਲਾਸ ਦੀ ਗੱਲ ਕਰਦੇ ਨੇ। ਇਕੋਨਮੀ ਸਾਡੀ ਇਸ ਵੇਲੇ GDP ਜਿਹੜੀ ਗਰੋਥ ਹੈ ਉਹਦਾ ਪਰ ਕੈਪੀਟਾ ਜਿਹੜੇ ਵੈਲਥੀਐਸਟ ਨੇਸ਼ਨ ਨੇ ਉਹਦੇ 'ਤੇ G7 ਦੇ ਵਿੱਚ ਅਸੀਂ ਟਾਪ 'ਤੇ ਹਾਂ। ਅਤੇ ਜਿਹੜਾ ਪਲਾਨ ਲੈ ਕੇ ਆਏ ਹਨ ਆਪਣਾ ਜਸਟਨ ਟਰੂਡੋ ਹੋਰਾਂ ਸਾਡੇ ਲੀਡਰ ਅੱਗੇ ਮੂਵਿੰਗ ਫਾਰਵਰਡ ਕਰਨ ਵਾਸਤੇ ਫॉर ਬੈਟਰ ਫਿਊਚਰ ਵਾਸਤੇ, ਉਹਦੇ 'ਚ ਤੁਸੀਂ ਦੇਖੋ ਬਰੈਂਪਟਨ ਦੇ ਵਿੱਚ ਇਲੈਕਟ੍ਰਿਕ ਬੱਸਾਂ ਵਾਸਤੇ ਫੰਡਿੰਗ ਹੋਈ ਅਬਾਊਟ 400 ਮਿਲੀਅਨ। ਇਟਸ ਆਲਰੇਡੀ ਇਨ ਪਲੇਸ ਜਿਹਦੇ ਨਾਲ ਜੋਬਾਂ ਕ੍ਰੀਏਟ ਹੋਣੀਆਂ, ਇਨਵਾਇਰਮੈਂਟ ਤੁਹਾਡਾ ਕਲੀਨ ਹੋਣਾ ਔਰ ਗ੍ਰੀਨ ਟੈਕ ਜੋਬਾਂ ਆਉਣੀਆਂ ਸਾਡੀ ਇਕੋਨਮੀ ਵਾਸਤੇ ਵੀ ਬਿਹਤਰ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਕਿ ਜਸਟਨ ਟਰੂਡੋ ਅਤੇ ਲਿਬਰਲ ਪਾਰਟੀ ਆਲਵੇਜ਼ ਆਮ ਬੰਦੇ ਦੇ ਨਾਲ ਕੈਨੇਡੀਅਨਸ ਦੇ ਨਾਲ ਖੜੇ ਹੋਏ ਨੇ, ਉਹਨਾਂ ਦੀ ਗੱਲ ਕਰਦੇ ਨੇ। ਇਸ ਵੇਲੇ ਸਾਨੂੰ ਤੁਹਾਡੀ ਜ਼ਰੂਰਤ ਹੈ ਕਿ ਤੁਸੀਂ ਵੋਟ ਪਾਓ ਤਾਂ ਕਿ ਜਸਟਨ ਟਰੂਡੋ ਨੂੰ ਦੁਬਾਰਾ ਪ੍ਰਾਈਮ ਮਿਨਿਸਟਰ ਬਣਾਈਏ ਅਤੇ ਮਨਸੂਬੇ ਜਿਹੜੇ ਅਧੂਰੇ ਰਹਿ ਗਏ ਨੇ ਔਰ ਕੋਵਿਡ-19 ਦੀ ਜਿਹੜੀ ਫਾਈਟ ਹਾਲੇ ਅਸੀਂ ਫਿਨਿਸ਼ ਕਰਨੀ ਹੈ ਉਹ ਅਸੀਂ ਪੂਰੇ ਕਰੀਏ ਔਰ ਕੈਨੇਡਾ ਦਾ ਫਿਊਚਰ ਬ੍ਰਾਈਟ ਹੋਵੇ। ਧੰਨਵਾਦ ਜੀ। ਥੈਂਕ ਯੂ।
हाँ जी, जे लोकल ਦੀ ਗੱਲ ਕਰੀਏ ਤਾਂ ਲੋਕਲ ਅਕੰਪਲਿਸ਼ਮੈਂਟਸ ਜਿਹੜੀਆਂ ਹੈਗੀਆਂ ਨੇ ਬਹੁਤ ਰਹੀਆਂ ਹੈਗੀਆਂ ਨੇ। ਟ੍ਰਾਂਜ਼ਿਟ ਦੇ ਵਿੱਚ ਬਹੁਤ ਫੰਡਿੰਗ ਇਨਫਰਾਸਟ੍ਰਕਚਰ ਦੇ ਵਿੱਚ ਬਰੈਂਪਟਨ ਦੇ ਵਿੱਚ ਆਪਣੀ ਸਾਰੀ ਜਿਹੜੀ ਬਰੈਂਪਟਨ ਟ੍ਰਾਂਜ਼ਿਟ ਦੀ ਫਲੀਟ ਹੈਗੀ ਆ ਉਹ ਇਲੈਕਟ੍ਰੀਫਾਈ ਹੋਣ ਵਾਲੀ ਹੈਗੀ ਆ। ਅਸੀਂ $400 ਮਿਲੀਅਨ ਸਿਟੀ ਨੂੰ ਉਸ ਦੇ ਲਈ ਦਿੱਤਾ ਹੈਗਾ। ਇੱਕ ਅਲੱਗ ਫੰਡਿੰਗ ਦਾ ਪੈਕੇਜ ਦਿੱਤਾ ਗਿਆ ਹੈਗਾ ਇੱਥੇ ਇੱਕ ਟ੍ਰਾਂਜ਼ਿਟ ਫੈਸਿਲਿਟੀ ਬਣਾਉਣ ਲਈ। ਰਿਵਰ ਵਾਕ ਪ੍ਰੋਜੈਕਟ ਸੋ ਦੈਟ ਬਰੈਂਪਟਨ ਡਾਊਨਟਾਊਨ ਦਾ ਜਿਹੜਾ ਕੋਰ ਹੈਗਾ ਉਹ ਫਲੱਡ ਪਲੇਨ ਤੇ ਹੈਗਾ ਉਹ ਫਿਕਸ ਕੀਤਾ ਜਾਵੇ ਸੋ ਦੈਟ ਆਪਣੀ ਸਿਟੀ ਦੀ ਡਿਵੈਲਪਮੈਂਟ ਹੋ ਸਕੇ। ਐਂਡ ਨੈਸ਼ਨਲ ਲੈਵਲ ਤੇ ਬਹੁਤ ਹੀ ਚੀਜ਼ਾਂ ਹੈਗੀਆਂ ਨੇ। ਅਸੀਂ ਕੈਨੇਡਾ ਚਾਈਲਡ ਬੈਨੀਫਿਟ ਦੇ ਵਿੱਚ ਵਾਧਾ ਕੀਤਾ ਹੈਗਾ। 1% ਜਿਹੜੇ ਹਾਈਐਸਟ ਅਰਨਰਸ ਹੈਗੇ ਨੇ ਉਹਨਾਂ ਤੇ ਵੱਧ ਟੈਕਸ ਲਾਇਆ ਹੈਗਾ ਤੇ ਮਿਡਲ ਕਲਾਸ ਨੂੰ ਸਹੂਲਤਾਂ ਦਿੱਤੀਆਂ ਹੈਗੀਆਂ ਨੇ। ਆਉਣ ਵਾਲੇ ਵਕਤ ਦੇ ਵਿੱਚ ਅਸੀਂ ਇਸ ਤੋਂ ਵੀ ਜ਼ਿਆਦਾ ਅਫੋਰਡੇਬਲ ਲਾਈਫ ਬਣਾਉਣਾ ਚਾਹੁੰਦੇ ਹੈਗੇ ਆ ਲੋਕਾਂ ਲਈ। ਹਾਊਸਿੰਗ ਲਈ ਬਹੁਤ ਆਪਸ਼ਨਸ ਰੱਖੇ ਗਏ ਹੈਗੇ ਨੇ ਸੋ ਦੈਟ ਹਾਊਸਿੰਗ ਦੀ ਜਿਹੜੀ ਕ੍ਰਾਈਸਿਸ ਹੈਗੀ ਆ ਉਹ ਕਰਟੇਲ ਕੀਤੀ ਜਾਵੇ। ਮਤਲਬ ਉਸ ਕ੍ਰਾਈਸਿਸ ਨੂੰ ਮੈਨੇਜ ਕੀਤਾ ਜਾਵੇ। ਆਪਣੀ ਜਿਹੜੀ ਅਫੋਰਡੇਬਲ ਹਾਊਸਿਸ ਨੇ ਉਹ ਬਣਾਏ ਜਾਣ, ਅਫੋਰਡੇਬਿਲਿਟੀ ਹੋਵੇ ਮਾਰਕੀਟ ਦੇ ਵਿੱਚ ਸੋ ਦੈਟ ਇੱਕ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਬਣਾ ਰਹੇ ਹੈਗੇ ਆ ਯੂਥ ਲਈ ਜਿਹਦੇ ਵਿੱਚ ਉਹ ਆਪਦਾ ਡਾਊਨ ਪੇਮੈਂਟ ਲਈ ਸੇਵ ਕਰ ਸਕਦੇ ਆ। ਸਪਲਾਈ ਵਧਾ ਰਹੇ ਹੈਗੇ ਆ ਅਸੀਂ ਬਾਈ 1.4 ਮਿਲੀਅਨ ਨਿਊ ਐਂਡ ਰਿਫਰਬਿਸ਼ਡ ਹੋਮਸ। ਯੂਥ ਲਈ ਅਸੀਂ ਟੈਕਸ ਉਹ ਜਿਹੜਾ ਇੰਟਰਸਟ ਹੁੰਦਾ ਹੈਗਾ ਆ ਸਟੂਡੈਂਟ ਲੋਨਸ ਤੇ ਉਹ ਪਰਮਨੈਂਟਲੀ ਰਿਮੂਵ ਕਰ ਰਹੇ ਹੈਗੇ ਆ। ਸੀਨੀਅਰਸ ਦੀ ਪੈਨਸ਼ਨ ਵਧਾ ਰਹੇ ਹੈਗੇ ਆ ਐਂਡ ਦੇਰ ਸੋ ਮਚ ਮੋਰ। ਐਂਡ ਮੈਂ ਇਹ ਵੀ ਕਹਿਣਾ ਭੁੱਲ ਗਈ ਹੈਗੀ ਵੀ ਕਾਫੀ ਵਾਰ ਲੋਕ ਪੁੱਛ ਰਹੇ ਹੈਗੇ ਆ ਵੀ ਅਫੋਰਡੇਬਲ ਹਾਊਸਿੰਗ ਦਾ ਜਿਹੜਾ ਮਸਲਾ ਹੈਗਾ ਆ ਉਹਦੇ ਲਈ ਤੁਸੀਂ ਪਹਿਲਾਂ ਕੀ ਕੀਤਾ ਹੈਗਾ। ਸੋ ਪਹਿਲਾਂ ਅਫੋਰਡੇਬਲ ਹਾਊਸਿੰਗ ਅਸੀਂ 8,000 ਤੋਂ ਵੱਧ ਯੂਨਿਟਸ ਇੱਥੇ ਪੀਲ ਰੀਜਨ ਦੇ ਵਿੱਚ ਫੈਡਰਲੀ ਅਸੀਂ ਫੰਡ ਕੀਤੇ ਹੈਗੇ ਆ ਬਣਾਉਣ ਲਈ। ਸੋ ਦ ਲਾਰਜੈਸਟ ਇਨਵੈਸਟਮੈਂਟ ਇਨ ਹਿਸਟਰੀ ਆਫ ਦ ਪੀਲ ਰੀਜਨ ਉਹ ਸਾਡੀ ਫੈਡਰਲ ਗਵਰਨਮੈਂਟ ਨੇ ਇੱਥੇ ਇਨਵੈਸਟ ਕੀਤਾ ਹੈਗਾ ਆ ਸੋ ਦੈਟ ਅਫੋਰਡੇਬਲ ਸਬਸਿਡਾਈਜ਼ ਜਿਹੜੀ ਹਾਊਸਿੰਗ ਹੁੰਦੀ ਆ ਉਹਨਾਂ ਦੀਆਂ ਯੂਨਿਟਸ ਵੀ ਇੱਥੇ ਬਣ ਸਕਣ। ਵੀ ਆਰ ਰੀਲੀ ਬਿਹਾਈਂਡ ਇਨ ਦਿਸ ਰੀਜਨ। ਪਹਿਲੀ ਵਾਰ ਕਿਸੇ ਫੈਡਰਲ ਸਰਕਾਰ ਨੇ ਆ ਕੇ ਇੰਨਾ ਪੈਸਾ ਦਿੱਤਾ ਹੈਗਾ ਬਿਕਾਜ਼ ਵੀ ਵਾਂਟ ਟੂ ਮੇਕ ਸ਼ੋਰ ਵੀ ਇਹ ਆਪਸ਼ਨ ਹੋਣ ਲੋਕਾਂ ਲਈ। ਪਰ ਜਿਹੜਾ ਹੁਣ ਆਉਣ ਵਾਲਾ ਵਕਤ ਹੈਗਾ ਆ ਇਹਦੇ ਵਿੱਚ ਆਪਾਂ ਸਪੈਸ਼ਲੀ ਪੈਂਡੈਮਿਕ ਦੇ ਟਾਈਮ 'ਚ ਦੇਖਿਆ ਹੈਗਾ ਵੀ ਕ੍ਰਾਈਸਿਸ ਬਣਦਾ ਜਾ ਰਿਹਾ ਹੈਗਾ ਜਨਰਲ ਅਫੋਰਡੇਬਿਲਿਟੀ ਨੂੰ ਲੈ ਕੇ ਐਂਡ ਉਹਨੂੰ ਅਸੀਂ ਮੈਨੇਜ ਕਰਨਾ। ਓਵਰ 1 ਮਿਲੀਅਨ ਜੌਬਸ ਕ੍ਰੀਏਟ ਕੀਤੀਆਂ ਗਈਆਂ ਹੈਗੀਆਂ ਨੇ ਕੈਨੇਡਾ ਦੇ ਵਿੱਚ ਐਂਡ ਵੀ ਵਾਂਟ ਟੂ ਕ੍ਰੀਏਟ 1 ਮਿਲੀਅਨ ਮੋਰ। ਸੋ ਸਾਡਾ ਫੋਕਸ ਇਸ ਟਾਈਮ ਤੇ ਇਕੋਨਮੀ ਜੌਬ ਕ੍ਰੀਏਸ਼ਨ ਉਹਦੇ ਵਿੱਚ ਹੀ $10 ਅ ਡੇ ਜਿਹੜਾ ਚਾਈਲਡ ਕੇਅਰ ਪ੍ਰੋਗਰਾਮ ਹੈਗਾ ਉਹ ਫਿੱਟ ਹੁੰਦਾ ਹੈਗਾ ਬਿਕਾਜ਼ ਵੀ ਵਾਂਟ ਟੂ ਮੇਕ ਸ਼ੋਰ ਦੈਟ ਪੀਪਲ ਕੈਨ ਗੋ ਬੈਕ ਟੂ ਵਰਕ ਹੈਵ ਗੁੱਡ ਸਪੋਰਟਸ ਫॉर देयर ਚਿਲਡਰਨ। ਮਤਲਬ ਉਹਨਾਂ ਦੇ ਬੱਚਿਆਂ ਦੀ ਡਿਵੈਲਪਮੈਂਟ ਵੀ ਵਧੀਆ ਹੋਊਗੀ ਪਰ ਉਹਨਾਂ ਦਾ ਜਿਹੜਾ ਹਿੱਸਾ ਇਕੋਨਮੀ ਦੇ ਵਿੱਚ ਹੈਗਾ ਉਹ ਵੀ ਉਹ ਪਾ ਸਕਦੇ ਆ। ਵੀ ਆਰ ਪ੍ਰੈਡਿਕਟਿੰਗ 250,000 ਪੀਪਲ ਗੋਇੰਗ ਬੈਕ ਟੂ ਵਰਕ when this program is implemented, a growth of our GDP by 1.2%. ਸੋ ਜਿੰਨੇ ਵੀ ਤੁਸੀਂ ਪਲੇਟਫਾਰਮ ਦੇ ਵਿੱਚ ਵਾਅਦੇ ਦੇਖ ਰਹੇ ਹੈਗੇ ਉਹ ਸਾਰੇ ਇਕੋਨਮੀ ਦੇ ਨਾਲ ਜੁੜੇ ਹੋਏ ਵਾਅਦੇ ਹੈਗੇ ਨੇ ਸਿਰਫ ਸੋਸ਼ਲ ਪ੍ਰੋਗਰਾਮਸ ਨਹੀਂ। ਪਰ ਯੂ ਸ਼ੁੱਡ ਨੋ ਵੀ ਜਦੋਂ ਵੀ ਇੱਕ ਲਿਬਰਲ ਸਰਕਾਰ ਆਉਂਦੀ ਹੈਗੀ ਆ ਉਹ ਇਸ ਤਰ੍ਹਾਂ ਦੇ ਸੋਸ਼ਲ ਸਪੋਰਟਸ ਵੀ ਦਿੰਦੀ ਹੈਗੀ ਆ ਪਰ ਇਕੋਨਮੀ ਨੂੰ ਵੀ ਵਧੀਆ ਰੱਖਦੇ ਹੈਗੇ ਨੇ ਚਲਾਉਂਦੇ ਹੈਗੇ ਆ। ਸੋ ਆਈ ਥਿੰਕ ਦੈਟ ਇਜ਼ ਵਾਟ ਕੈਨੇਡੀਅਨਸ ਆਰ ਲੁਕਿੰਗ ਫॉर ਓਪਰਚੁਨਿਟੀ। ਜਿੰਨੇ ਵੀ ਆਪਣੇ ਲੋਕ ਕੈਨੇਡਾ 'ਚ ਆਉਂਦੇ ਹੈਗੇ ਆ ਉਹ ਇੱਕ ਵਧੀਆ ਲਾਈਫ ਲਈ ਆਉਂਦੇ ਆ ਇੱਕ ਓਪਰਚੁਨਿਟੀਜ਼ ਲਈ ਆਉਂਦੇ ਆ ਤੇ ਉਹੀ ਓਪਰਚੁਨਿਟੀਜ਼ ਅਸੀਂ ਤੁਹਾਡੇ ਤੱਕ ਲਿਆਉਣਾ ਚਾਹੁੰਦੇ ਹੈਗੇ ਆ।